केम शो नमस्ते सत श्री अकाल आदाब के मनाशन प्यारे दोस्तों प्यारे दर्शकों आप जी वेखना शुरू कर चुके हैं जस कैमरे की नज़र दीपक तिमान थोड़े लिए हर सोमवार शाम ਨੂੰ ਈਸਟਰਨ ਟਾਈਮ 7 ਵਜੇ ਲੈ ਕੇ ਆਉਂਦਾ 7 PM ਈਸਟਰਨ ਟਾਈਮ ਔਰ ਆਪਾਂ ਡਿਫਰੈਂਟ ਸਟੇਟਸ ਦੀਆਂ ਜੋ ਗਤੀਵਿਧੀਆਂ ਹੈਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਜੋ ਸਾਡੀ ਕਮਿਊਨਿਟੀ ਵਿਚਰਦੀ ਹੈਗੀ ਆ। ਸੋ ਇਸ ਹਫ਼ਤੇ ਜੋ ਲਾਸਟ ਵੀਕ ਹੋਇਆ ਸੀਗਾ ਬਹੁਤ ਵਧੀਆ ਪ੍ਰੋਗਰਾਮ ਹੋਏ ਹੈਗੇ ਆ। ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹਰ ਸਟੇਟ ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਔਰ ਪਿਛਲੇ 1 ਮਹੀਨੇ ਤੋਂ ਹੀ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹੈਗੀਆਂ। ਤੁਹਾਨੂੰ ਆਪਾਂ ਸੰਤ ਗੁਰੂ ਘਰ ਤੋਂ ਪ੍ਰਭਾਤ ਫੇਰੀਆਂ ਨਿਕਲੀਆਂ ਉਹ ਵੀ ਦਿਖਾ ਲਈਆਂ ਹੈਗੀਆਂ ਔਰ ਜਸਟਿਸ ਸਿਟੀ ਦੇ ਵਿੱਚ ਦਿਖਾ ਲਈਆਂ ਹੈਗੀਆਂ ਅਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹੈਗੇ ਸਭ ਤੋਂ ਪਹਿਲੀ ਕਹਾਣੀ ਦੇ ਵਿੱਚ ਹਿਕਸਵਿਲ ਦੇ ਵਿੱਚ। ਜਿਸ ਤਰ੍ਹਾਂ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਕਹਿੰਦੇ ਕਿ ਤੁਸੀਂ ਸਾਨੂੰ ਸਟੋਰੀ ਜਾਂ ਰਿਕਾਰਡਿੰਗ ਕਰਕੇ ਭੇਜੋ। ਸੋ ਸੁਰਿੰਦਰ ਸਿੰਘ ਮਨਹਾਸ ਜਿਹੜੇ ਕਿ ਹਿਕਸਵਿਲ ਦੇ ਵਿੱਚ ਹੈਗੇ ਆ ਔਰ ਉੱਥੇ ਉਹ ਸੇਵਾ ਵੀ ਕਰਦੇ ਹੈਗੇ ਆ ਸਿਕਿਉਰਿਟੀ ਦੀ। ਹਰ ਵੇਲੇ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਹੈਗਾ ਤਾਂ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਹੈਗੀ ਆ ਪ੍ਰਭਾਤ ਫੇਰੀ ਦੀ ਜਿਹੜੀ ਕਿ ਗੁਰੂ ਨਾਨਕ ਦਰਬਾਰ ਹਿਕਸਵਿਲ ਦੇ ਵਿੱਚ ਪ੍ਰਭਾਤ ਫੇਰੀ ਕੱਢੀ ਗਈ। ਔਰ ਉਸ ਦੇ ਨਾਲ ਹੀ ਨਾਲ ਕਿਉਂਕਿ ਹੁਣ ਉੱਥੇ 2 ਗੁਰੂ ਘਰ ਬਿਲਕੁਲ ਲਾਗੇ ਹੈਗੇ ਆ, ਗੁਰੂ ਨਾਨਕ ਦਰਬਾਰ ਔਰ ਉਸ ਤੋਂ ਬਾਅਦ ਗੁਰਦੁਆਰਾ ਸ਼ਹੀਦਾ ਭਾਈ ਭੁਪਿੰਦਰ ਸਿੰਘ ਹੋਣਾ ਜੀ ਜਿਹੜੇ ਕਿ ਉੱਥੇ ਸੇਵਾਦਾਰ ਹੈਗੇ ਆ। ਦੋਨਾਂ ਗੁਰੂ ਘਰਾਂ ਦੇ ਵਿੱਚ ਸੇਵਾ ਕੀਤੀ ਗਈ ਐਸ ਸ਼ਨੀਵਾਰ ਔਰ ਐਤਵਾਰ ਖਾਸ ਤੌਰ ਦੇ ਉੱਤੇ। ਅਤੇ ਆਓ ਵੇਖਦੇ ਹਾਂ ਉਹ ਤੜਕੇ ਦਾ ਨਜ਼ਾਰਾ ਕਿਸ ਤਰੀਕੇ ਨਾਲ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਔਰ ਕਿਸ ਤਰੀਕੇ ਨਾਲ ਇਹ ਪ੍ਰਭਾਤ ਫੇਰੀ ਨਿਕਲਦੀ ਹੈਗੀ ਆ। ਔਰ ਉਸ ਤੋਂ ਬਾਅਦ ਗੁਰਦੁਆਰਾ ਸ਼ਹੀਦਾਂ ਦੇ ਵਿੱਚ ਐਤਵਾਰ ਨੂੰ ਜੋ ਦਿਨ ਮਨਾਇਆ ਗਿਆ ਕਿਸ ਤਰੀਕੇ ਨਾਲ ਸੰਗਤਾਂ ਇਕੱਠੀਆਂ ਹੋ ਕੇ ਲੰਗਰ ਦੀ ਸੇਵਾ ਕਰ ਰਹੀਆਂ ਨੇ। अपने संत
ਗੁਰੂ ਨਾਨਕ ਦਰਬਾਰ ਹਿਕਸਵਿਲ ਦੇ ਵਿੱਚ ਜ਼ਫਰਨਾਮਾ ਗੋਸ਼ਟੀ ਕੀਤੀ ਗਈ, ਜਿਸ ਦੇ ਵਿੱਚ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜਿਨ੍ਹਾਂ ਨੇ ਬਹੁਤ ਦੇਰ ਪਹਿਲਾਂ ਇਸ ਜ਼ਫਰਨਾਮੇ ਤੇ ਇਸ ਜ਼ਫਰਨਾਮੇ ਦੀ ਵਿਆਖਿਆ ਦੀ ਇੱਕ ਕਿਤਾਬ ਰਿਲੀਜ਼ ਕੀਤੀ ਸੀਗੀ, ਔਰ ਹੁਣ ਹਿਕਸਵਿਲ ਦੇ ਵਿੱਚ ਮੀਨਾ ਸਿੰਘ ਨੇ ਉਸ ਨੂੰ ਗਾ ਕੇ ਉਸ ਦਾ ਤਰਜਮਾ ਇੰਗਲਿਸ਼ ਦੇ ਵਿੱਚ ਕਰਕੇ, ਤਾਂ ਕਿ ਜੋ ਬੱਚੇ ਆ ਉਸ ਨੂੰ ਸਮਝ ਸਕਣ। ਸੰਗਤਾਂ ਇਕੱਠੀਆਂ ਹੋਈਆਂ ਔਰ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜੋ ਕਿ ਯੂਕੇ ਦੇ ਵਿੱਚ ਨੇ, ਸਪੈਸ਼ਲ ਤੌਰ 'ਤੇ ਇੱਥੇ ਆਏ ਹੋਏ ਸਨ, ਤੇ ਆਓ ਵੇਖਦੇ ਹਾਂ ਇਹ ਨਜ਼ਾਰਾ। ਜਿਹੜਾ ਕਾਜ਼ੀ ਸੀ, ਜਿਹਨੂੰ ਸ਼ਾਹੀ ਕਾਜ਼ੀ ਦਾ ਖਿਤਾਬ ਮਿਲਿਆ ਸੀ, ਸਮਾਣਾ, ਉਸ ਵੇਲੇ ਬੜੀ ਤਕੜੀ ਉਹਨਾਂ ਦੀ ਨਾ ਇੱਕ ਤਰ੍ਹਾਂ ਦੀ ਸਟੇਟ ਹੁੰਦੀ ਸੀ, ਹੁਣ ਤਾਂ ਐਵੇਂ ਕਸਬਾ ਜਿਹਾ ਹੀ ਰਹਿ ਗਿਆ। ਉਸ ਵੇਲੇ ਬੜਾ ਤਕੜਾ ਟਿਕਾਣਾ ਸੀ ਉਹਨਾਂ ਦਾ, ਉਹ ਲੈ ਕੇ ਆਇਆ ਤੇ ਜ਼ਬਾਨੀ ਵੀ ਆਖਿਆ ਮਹਾਰਾਜ ਹੁਣ ਤਾਂ ਪੀਰ ਜੀ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਨਾ, ਤੇ ਜਿਹੜੇ ਇਹ ਹਿੰਦੂ ਬਾਈ ਧਾਰ ਦੇ ਰਾਜੇ ਨੇ ਇਹ ਪਹਿਲਾਂ ਹੀ ਤੁਹਾਨੂੰ ਗਊ ਦੀ ਤੇ ਠਾਕੁਰਾਂ ਦੀ ਸਹੁੰ ਚੁੱਕ ਚੁੱਕੇ ਨੇ ਸਾਰੇ, ਤੇ ਬਾਦਸ਼ਾਹ ਵੀ ਸਹੁੰ ਚੁੱਕਦਾ ਪਿਆ, ਕਸਮ ਖਾਂਦਾ ਪਿਆ ਹੈ ਵੀ ਤੁਹਾਨੂੰ ਨਾ ਸੇਵ ਪੈਸੇ ਦਿੱਤਾ ਜਾਵੇਗਾ, ਤੁਸੀਂ ਦੀਨੇ ਕਾਂਗੜੇ ਆ ਜਾਓ, ਅਸੀਂ ਉੱਥੇ ਆਮਣੇ ਸਾਹਮਣੇ ਬੈਠ ਕੇ ਗੱਲਬਾਤ ਕਰਾਂਗੇ, ਜੇ ਨਹੀਂ ਉਧਰ ਜਾਣਾ ਤੁਸੀਂ ਜਿੱਦਾਂ ਮਰਜ਼ੀ ਚਲੇ ਜਾਓ। ਇਹ ਵੀ ਹੈ। ਤੇ ਜਦ ਬਾਦਸ਼ਾਹ ਤੁਹਾਡੇ ਵੱਲ ਹੈ, ਬਾਦਸ਼ਾਹ ਕਹਿ ਰਿਹਾ ਹੈ ਵੀ ਤੁਹਾਨੂੰ ਕੋਈ ਹਫ਼ਤੇ ਤੋਂ ਕਿਸੇ ਪ੍ਰਕਾਰ ਦੀ ਨਹੀਂ ਹੋਵੇਗੀ, ਤੇ ਕਿਸੇ ਦਾ ਕੀ ਅਧਿਕਾਰ ਹੈ ਵੀ ਹੱਥ ਲਾ ਜਾਵੇ ਜਾਂ ਇੱਧਰ ਕੋਸ ਜਾਵੇ, ਵੇਖ ਸਕੇ ਉੱਥੇ। ਗੁਰੂ ਸਾਹਿਬ ਮਹਾਰਾਜ ਨਿਕਲੇ ਫਿਰ ਉੱਥੇ, ਔਰ ਇਹ ਉਹਨਾਂ ਨੇ ਜਦੋਂ ਜ਼ਫਰਨਾਮਾ ਲਿਖਣ ਲੱਗੇ ਤਾਂ ਉਸ ਵੇਲੇ ਉਹਨਾਂ ਦੇ ਇਹ ਗੱਲ ਧਿਆਨ ਵਿੱਚ ਹੈ, ਤੁਹਾਡਾ ਲਿਖਤੀ ਸਾਡੇ ਪਾਸ ਹੈਗਾ। ਜਦੋਂ ਪਹਿਲਾਂ ਕਹਿੰਦੇ ਨਵਿਸ਼ਤਾ ਰਸੀਦੋ ਬਗਫਤਾ ਜ਼ੁਬਾਨ ਬੇਬਾਇਤ ਕੇ ਇਨਕਾਰ ਰਾਹਤ ਰਸਾਂ, ਲਿਖਤੀ ਰੂਪ ਵਿੱਚ ਵੀ ਆਇਆ, ਜ਼ਬਾਨੀ ਸੁਨੇਹਾ ਵੀ ਆਇਆ। ਫਿਰ ਕਹਿੰਦੇ ਨੇ ਸਾਡੇ ਪਾਸ ਅਜੇ ਵੀ ਮੌਜੂਦ ਹੈ। ਇਹ ਵਿੱਚ ਹੋਇਆ ਔਰ ਅੰਤ ਦਾ ਵੀ ਜੋ ਆਪ ਜੀ ਨੂੰ ਦੱਸਿਆ ਬਹੁਤ ਹੀ ਥੋੜੇ ਸਮੇਂ ਵਿੱਚ। ਬਹੁਤ ਹੀ ਧੰਨਵਾਦ। ਮੈਂ ਇਸ ਵਕਤ ਬੇਨਤੀ ਕਰਾਂਗਾ ਗਿਆਨੀ ਵਰਿੰਦਰ। ਗੁਰਬਾਣੀ ਤੋਂ ਬਿਨਾਂ ਕਿਸੇ ਚੀਜ਼ ਨੂੰ ਵੀ ਸਮਝਣਾ ਮਨੁੱਖ ਦੇ ਮਨ ਪਟਲ ਤੇ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਫਰਸ਼ ਤੇ ਪਾਣੀ ਡੋਲ ਦਿੱਤਾ ਹੋਵੇ ਤੇ ਫਰਸ਼ ਸਾਫ਼ ਨਾ ਹੋਵੇ। ਜ਼ਰੂਰ ਗੁਰਬਾਣੀ ਨੂੰ ਅਰਥਾਂ ਦੇ ਨਾਲ ਪੜ੍ਹੋ, ਇਹ ਦਸਤਾਵੇਜ਼ ਤੁਹਾਡੇ ਜੀਵਨ ਵਿੱਚ ਸਹਾਈ ਹੋਣਗੇ। ਕੋਈ ਹੰਝ ਤੇ ਨਹੀਂ ਕੇਰੀ, ਕੋਈ ਆਹ ਤੇ ਨਹੀਂ ਕੱਢੀ, ਮੇਰੇ ਫਤਿਹ ਨੇ ਕਿਤੇ ਉੱਚੀ ਆਵਾਜ਼ ਤੇ ਨਹੀਂ ਕੱਢੀ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਵਸਥਾ ਦੇਖੋ, ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇੰਟਰਨਲ ਜਿਹੜੀ ਹੈ ਉਹ ਪੋਜੀਸ਼ਨ ਦੇਖੋ। ਉਸ ਹਾਲਤ 'ਚ ਵੀ ਜ਼ਫਰਨਾਮੇ ਦੀ ਇੱਕ ਮੈਂ ਬੇਨਤੀ ਕਰਦੇ ਰਹਿਣ ਸਰ, ਭਾਈ ਧੰਨ ਲਾਲ ਜੀ ਦੀ ਬਾਣੀ ਦੇ ਰਾਏ ਡਿਸਪਲੇ ਕਰਦਾ ਰਿਹਾ ਤੇ ਗਿਆਨੀ ਨਾਲ ਮਿਲ ਕੇ ਅੱਗੇ ਡਿਸਪਲੇ ਕਰ ਅਗਲਾ ਦਸ ਅਗਲਾ ਦਸ ਅਗਲਾ ਦਸ, ਉਸ ਜ਼ਫਰਨਾਮੇ ਦੀ ਵੀ ਇਹਨਾਂ ਨੇ ਵਿਆਖਿਆ ਕੀਤੀ ਸੀ। ਇਹਦੇ ਵਿੱਚ ਮੀਨਾ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਬੜਾ ਅੱਛਾ ਉਦਮ ਹੈ ਕਿ ਜੋ ਸਾਡੇ ਬੱਚੇ ਜੋ ਪੰਜਾਬੀ ਨਹੀਂ ਸਮਝਦੇ, ਪੰਜਾਬੀ ਨਹੀਂ ਆਉਂਦੀ ਉਹਨਾਂ ਨੂੰ, ਫਾਰਸੀ ਦੇ ਤਾਂ ਗੱਲ ਹੀ ਛੱਡੋ ਤੁਸੀਂ। ਸੋ ਬਹੁਤ ਅੱਛੀ ਗੱਲ ਹੈ ਕਿ ਜਿਹੜਾ ਤੁਸੀਂ ਇੱਕ ਉਦਮ ਕੀਤਾ ਹੈ, ਉਹਦੇ ਵਿੱਚ ਬੱਚੇ ਉਹਨੂੰ ਦੇਖ ਕੇ ਉਹ ਸਮਝ ਸਕਦੇ ਹਨ। ਗੁਰੂ ਸਾਹਿਬ ਨੇ ਜਿਹੜੀ ਫਤਿਹ ਦੀ ਚਿੱਠੀ ਲਿਖੀ ਹੈ ਔਰੰਗਜ਼ੇਬ ਨੂੰ, ਜਿਸ ਤੋਂ ਪੜ੍ਹਨ ਤੋਂ ਬਾਅਦ, ਜਿਸ ਤੋਂ ਸੁਣਨ ਤੋਂ ਬਾਅਦ ਜੋ ਸੁਣਿਆ ਉਹਨੇ ਉਹ ਚਿੱਠੀ ਆਪਣੇ ਕੁਰਿੰਦਿਆਂ ਕੋਲੋਂ, ਤੇ ਉਸ ਤੋਂ ਕੁਝ ਸਮੇਂ ਬਾਅਦ ਮੁਲਾਕਾਤ ਤੋਂ ਪਹਿਲਾਂ ਹੀ ਉਹਦਾ ਦੇਹਾਂਤ ਹੋ ਗਿਆ। ਉਹਦੇ ਅੰਦਰ ਕਿੰਨਾ ਡਰ ਪੈ ਗਿਆ ਸੀਗਾ ਕਿ ਉਹਦੀ ਮੌਤ ਹੋ ਗਈ। ਬੋਲੇ ਸੋਨਿਹਾ ਬੋਲੇ ਸੋਨਿਹਾ। ਜਿਸ ਤਰ੍ਹਾਂ ਉਹਨਾਂ ਨੇ ਸਾਰੀ ਚੀਜ਼ ਨੂੰ ਬਹੁਤ ਸੁਚੱਜੇ ਢੰਗ ਨਾਲ ਹੈਂਡਲ ਕੀਤਾ ਹੈ, ਔਰ ਮੈਂ ਇੰਨਾ ਪਹਿਲੇ ਹੀ ਔਨਰਡ ਫੀਲ ਕਰ ਰਹੀ ਸੀ ਕਿ ਵੀਰ ਜੀ ਨੇ ਇੰਨਾ ਰਿਸਰਚ ਕੀਤੀ ਹੋਈ ਹੈ ਜ਼ਫਰਨਾਮੇ 'ਤੇ, ਇੰਨੇ ਅਕਾਲ ਤਖਤ ਤੋਂ ਉਹਨਾਂ ਨੇ ਰਿਲੀਜ਼ ਕੀਤਾ ਹੈ ਔਰ ਇਤਨੀਆਂ ਕਿਤਾਬਾਂ ਲਿਖੀਆਂ ਨੇ, ਔਰ ਮੈਂ ਉਹਨਾਂ ਦੇ ਨਾਲ ਬੈਠ ਕੇ ਇੱਕ ਗੋਸ਼ਟੀ ਕਰ ਰਹੀ ਹਾਂ। ਸੋ ਮੈਂ ਪਹਿਲੇ ਹੀ ਆਪਣੇ ਆਪ ਨੂੰ ਬਹੁਤ, ਆਈ ਵਾਜ਼ ਫੀਲਿੰਗ ਵੈਰੀ ਐਕਸਟ੍ਰੀਮਲੀ ਔਨਰਡ। ਨਾਓ ਦ ਵੇ ਆਈ ਸੀ ਹਿਮ ਹੈਂਡਲਿੰਗ ਦ ਕੁਐਸਚਨਸ, ਆਈ ਥਿੰਕ ਆਈ ਐਮ ਈਵਨ ਮੋਰ ਔਨਰਡ। ਆਪਾਂ ਇੱਕ ਦੂਸਰੇ ਦੇ ਨਾਲ ਉਲਝਣਾ ਨਹੀਂ ਹੈ ਨਾ। ਗੁਰੂ ਨੇ ਕਿਹਾ ਸਿੱਖੀ ਸਿੱਖਿਆ ਗੁਰ ਵਿਚਾਰ, ਲੇਕਿਨ ਕਿਸੇ ਦੇ ਨਾਲ ਉਲਝਣਾ ਨਹੀਂ ਹੈ। ਲਵ ਟੂ ਸੀ ਯੂ ਸਮਟਾਈਮਸ ਐਂਡ ਥੈਂਕ ਯੂ ਵੈਰੀ ਮਚ ਪੈਨੀ ਜੀ ਐਂਡ ਐਵਰੀਬਡੀ ਫॉर ਕਮਿੰਗ। ਆਪ ਜੀ ਦਾ ਬਹੁਤ ਮੈਨੂੰ ਖੁਸ਼ੀ ਹੋਈ ਹੈ
ਜ਼ਫਰਨਾਮਾ ਰਿਕਾਰਡ ਹੋਇਆਂ ਨੂੰ ਭਾਵੇਂ ਚਿਰ ਹੋ ਗਿਆ ਸੀ, ਪੁਸਤਕ ਲਿਖੀ ਨੂੰ ਵੀ ਚਿਰ ਹੋ ਗਿਆ ਸੀ। ਬੀਬੀ ਮੀਨਾ ਸਿੰਘ ਨੇ ਗਾ ਕੇ ਰਿਕਾਰਡ ਕਰਾਇਆ, ਤਾਂ ਇਸ ਖੁਸ਼ੀ ਦੇ ਵਿੱਚ ਬਹੁਤ ਉਤਸ਼ਾਹ ਵਿਖਾਇਆ ਗੁਰਦੁਆਰਾ ਗੁਰੂ ਨਾਨਕ ਦਰਬਾਰ ਮੈਨੇਜਮੈਂਟ ਨੇ, ਔਰ ਇਹਨਾਂ ਨੇ ਇੱਕ ਸੈਮੀਨਾਰ ਇਹ ਜਿਹੜਾ ਹੈ ਆਯੋਜਿਤ ਕੀਤਾ ਹੈ, ਅਰੇਂਜ ਕੀਤਾ ਹੈ। ਬਹੁਤ ਸਾਰਿਆਂ ਗੁਰਮੁਖਾਂ ਨੇ ਜਿਹੜੇ ਸੂਝ ਰੱਖਦੇ ਸਨ, ਜਿਹੜੇ ਸ਼ਰਧਾ ਰੱਖਦੇ ਸਨ, ਹਾਜ਼ਰ ਹੋਏ ਨੇ। ਬੜੇ ਪਿਆਰ ਦੇ ਨਾਲ ਸਾਰਿਆਂ ਨੇ ਸੁਣਿਆ ਹੈ, ਸਾਰਿਆਂ ਨੇ ਵਿਚਾਰਿਆ ਹੈ, ਔਰ ਕਿਸੇ ਪ੍ਰਕਾਰ ਦੇ ਜਿਹੜੇ ਕੋਈ ਸ਼ੰਕੇ ਸਨ ਉਹ ਨਿਵਰਤ ਹੋਏ ਨੇ। ਮੈਂ ਧੰਨਵਾਦ ਕਰਦਾ ਤੁਹਾਡਾ, ਜਸ ਪੰਜਾਬੀ ਵਾਲਿਆਂ ਦਾ ਔਰ ਪੰਜਾਬ ਚੈਨਲ ਵਾਲਿਆਂ ਦਾ, ਸਰਦਾਰ ਜਗਪਾਲ ਸਿੰਘ ਹੋਰਾਂ ਦਾ, ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਹਾਂਗਾ ਕਿ ਜ਼ਫਰਨਾਮਾ ਜਿਹੜਾ ਹੈ, ਇਸ ਦੇ ਅੱਖਰ ਵੀ ਘਰ ਘਰ ਪਹੁੰਚਣੇ ਚਾਹੀਦੇ ਨੇ, ਇਸ ਦੀ ਸਪਿਰਿਟ ਵੀ ਘਰ ਘਰ ਪਹੁੰਚਣੀ ਚਾਹੀਦੀ ਹੈ, ਭਾਵਨਾ ਘਰ ਘਰ ਪਹੁੰਚਣੀ ਚਾਹੀਦੀ ਹੈ। ਜਿਵੇਂ ਮੈਂ ਪਹਿਲਾਂ ਕਹਿ ਚੁੱਕਾ, ਜਿਸ ਪੰਜਾਬ ਦੀ ਧਰਤੀ 'ਤੇ ਜ਼ਫਰਨਾਮਾ ਲਿਖਿਆ ਗਿਆ ਹੋਵੇ, ਪੜ੍ਹਿਆ ਗਿਆ ਹੋਵੇ, ਗਾਇਆ ਜਾਂਦਾ ਹੋਵੇ, ਫਿਰ ਉਸ ਧਰਤੀ 'ਤੇ ਖੁਦਕਸ਼ੀਆਂ ਕਿਉਂ ਹੋਣ ਭਲਾ। To Aurangzeb, the first 12 shares of Zafarnama are Akal Ustad, which is the praise of the Lord, and the rest 99 shares, they are the Dastan, which is the tale of the battlefield that Maharaj describes to Aurangzeb and puts him to utter shame. So I encourage everybody to hear this, to listen to this Zafarnama on YouTube, and also I encourage everyone to read the book, which is also in English, Punjabi and Persian. ਨਵੇਂ ਸਾਲ ਦੀਆਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਗੁਰੂ ਨਾਨਕ ਦਰਬਾਰ ਦੀ ਕਮੇਟੀ ਵੱਲੋਂ, ਸੰਗਤਾਂ ਵੱਲੋਂ ਬੇਨਤੀ ਹੈ ਕਿ ਜੋ ਪਹਿਲਾ ਸਾਲ, ਨਵਾਂ ਸਾਲ ਸ਼ਨੀਵਾਰ ਆ ਰਿਹਾ ਹੈ, ਸੋ ਇਸ ਦੇ ਸੰਬੰਧ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਰਾਤ ਦੇ ਤਕਰੀਬਨ 12 ਵਜੇ ਤੱਕ ਇਸ ਗੁਰੂ ਘਰ ਵਿੱਚ ਕੀਰਤਨ ਸਮਾਗਮ ਹੋਏਗਾ, ਜਿਸ ਵਿੱਚ ਪੰਥ ਦੇ ਮਹਾਨ ਕੀਰਤੀਏ ਭਾਈ ਸਾਹਿਬ ਸੰਤ ਅਨੂਪ ਸਿੰਘ ਜੀ, ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਨਵੇਂ ਸਾਲ ਨੂੰ ਮੁੱਖ ਰੱਖਦੇ ਹੋਏ ਗੁਰੂ ਨਾਲ ਜੁੜੋ ਅਤੇ ਗੁਰਬਾਣੀ ਨਾਲ ਜੁੜੋ, ਕੀਰਤਨ ਨਾਲ ਜੁੜੋ। ਸਭ ਨੂੰ ਬੇਨਤੀ ਹੈ, ਆਪ ਗੁਰੂ ਘਰ ਵਿੱਚ ਉਸ ਰਾਤ ਨੂੰ ਇੱਥੇ ਪਹੁੰਚੋ। ਤੁਸੀਂ ਵੇਖਿਆ ਕਿ ਇਸ ਗੋਸ਼ਟੀ ਦੇ ਵਿੱਚ ਸੰਗਤਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ, ਔਰ HS ਗੁਲਾਟੀ ਜਿਨ੍ਹਾਂ ਨੇ ਇਹ ਸੇਵਾ ਕਰਵਾਈ ਸੀਗੀ। ਇੱਥੇ ਇੱਕ ਬ੍ਰੇਕ ਦਾ ਟਾਈਮ ਬਣਦਾ ਹੈਗਾ, ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਹੋਰ ਕਹਾਣੀਆਂ ਦੀ ਗੱਲ ਕਰਾਂਗੇ। ਬ੍ਰੇਕ ਤੋਂ ਬਾਅਦ ਆਪ ਜੀ ਦਾ ਨਿੱਘਾ ਸਵਾਗਤ ਹੈਗਾ ਜਸ ਕੈਮਰੇ ਨਜ਼ਰ ਤੁਸੀਂ ਵੇਖ ਰਹੇ ਹੈਗੇ ਆ ਜਸ TV ਦੇ ਉੱਤੇ, ਜਸ ਪੰਜਾਬੀ ਦੇ ਉੱਤੇ, ਜੋ ਕਿ ਹਰ ਸੋਮਵਾਰ ਨੂੰ ਸ਼ਾਮ ਨੂੰ 7 ਵਜੇ 7 PM ਈਸਟਰਨ ਟਾਈਮ ਤੇ ਦੀਪਕ ਧਮਾਨ ਤੁਹਾਡੇ ਲੈ ਕੇ ਹਾਜ਼ਰ ਹੁੰਦਾ ਹੈਗਾ। ਤੁਸੀਂ ਆਪਣੀਆਂ ਸਟੋਰੀਆਂ ਵੀ ਭੇਜ ਕੇ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰ ਸਕਦੇ ਹੈਗੇ ਆ। ਸਿੰਘ ਸਭਾ ਗੁਰਦੁਆਰਾ ਸਾਹਿਬ ਫੇਅਰਫੈਕਸ ਵਰਜੀਨੀਆ, ਜਿੱਥੇ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਸਿਰਮੁਖ ਸਿੰਘ ਮਾਂਗੂ ਜੀ ਨੇ ਸਾਨੂੰ ਇਹ ਕੁਝ ਬੁਲਟ ਪੁਆਇੰਟਸ ਉੱਥੋਂ ਭੇਜੇ ਹੈਗੇ ਆ, ਪੀਸਿਸ ਭੇਜੇ ਹੈਗੇ ਆ ਕਿ ਸੰਗਤਾਂ ਨੇ ਕਿਸ ਤਰੀਕੇ ਨਾਲ ਇਸ ਗੁਰੂ ਘਰ ਦੇ ਵਿੱਚ ਇਕੱਠਿਆਂ ਹੋ ਕੇ ਗੁਰੂ ਨਾਨਕ ਦੇਵ ਜੀ ਦਾ ਇਹ ਪਵਿੱਤਰ ਦਿਹਾੜਾ ਮਨਾਇਆ।
चरण तोए रह रास कर चरण तोए रह रास कर चरण तोए रह रास कर चरणामृत सिखा जनों प्यारा मैं मिला मेरी कृष्णा मुझे नैया से मेरी कृष्णा मुझे नैया से। जिथे गुरु नानक साहिब सच्चा पातशाह पधारे सन ਉਹ ਨਗਰ ਦੇ ਵਿੱਚ ਜਗਤ ਮਾਤਾ ਤ੍ਰਿਪਤਾ ਜੀ ਦੀ ਸੱਜੀ ਸੁਲੱਖਣੀ ਕੁੱਖ ਤੋਂ ਮਹਿਤਾ ਕਾਲੀ ਚੰਦ ਦੇ ਗ੍ਰਹਿ ਵਿਖੇ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ 1469 ਦੇ ਵਿੱਚ ਪ੍ਰਕਾਸ਼ ਧਾਰਨ ਕੀਤਾ। ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਅੰਤ ਆਇਆ ਗਏ ਮਸਕਤ ਕਾਲ नानक तेरे छुट्टी ਸੋ ਦੋਸਤੋ ਅੱਜ ਦੀਆਂ ਕਹਾਣੀਆਂ ਇੱਥੇ ਤੱਕ ਹੀ। ਤੁਹਾਡੇ ਕੋਲ ਵੀ ਕੋਈ ਸੁਨੇਹਾ ਹੋਵੇ ਤਾਂ info@justbroadcasting.com ਜਾਂ deepak@justbroadcasting.com ਦੇ ਉੱਤੇ ਤੁਸੀਂ ਸਾਨੂੰ ਭੇਜ ਸਕਦੇ ਹੈਗੇ ਆ। ਅਸੀਂ ਆਪਣੇ ਜਸਟ ਕੈਮਰੇ ਦੀ ਨਜ਼ਰ ਦੇ ਵਿੱਚ ਤੁਹਾਡੀਆਂ ਕਹਾਣੀਆਂ ਦਿਖਾ ਕੇ, ਤੁਹਾਡੀ ਸਟੋਰੀ ਦਿਖਾ ਕੇ ਫਖਰ ਮਹਿਸੂਸ ਕਰਾਂਗੇ। ਅਗਲੇ ਹਫਤੇ ਮਿਲਦੇ ਹੈਗੇ ਆ ਹੋਰ ਕੁਝ ਕਹਾਣੀਆਂ ਦੇ ਨਾਲ। ਦਿਓ ਇਜਾਜ਼ਤ, ਰੱਬ ਰਾਖਾ।